ਜ਼ਿਆਦਾ ਹੀ ਜੋਸ਼ 'ਚ ਆ ਕੇ ਆਪਦੇ ਸਪਾਈਕਸ ਕੱਢੇ ਅਤੇ ਭੱਜ ਲਈ। ਅੱਛਾ। ਉਹ ਯਾਦ ਨਾ ਰਿਹਾ ਕਿ ਹੁਣ ਤਾਂ ਤੂੰ ਵੱਡੀ ਹੋ ਗਈ ਅਤੇ ਮੈਂ ਭੱਜ ਲਈ ਅਤੇ ਮੇਰੇ ਤਾਂ ਉਹ ਕ੍ਰੈਂਪਸ ਪੈ ਗਏ ਅਤੇ ਡਾਕਟਰ ਨੇ ਮੈਨੂੰ ਬੈੱਡ ਰੈਸਟ ਦੇ ਦਿੱਤਾ। ਜਦੋਂ ਕੋਈ ਬਿਮਾਰੀ ਆਉਂਦੀ ਹੈ ਕੋਈ ਹੈ ਤੁਹਾਨੂੰ ਇੱਕ ਸ਼ੇਕ ਕਰਨੀ ਹੁੰਦੀ ਹੈ। ਸੋ ਜੇ ਮੈਨੂੰ ਬ੍ਰੇਨ ਟਿਊਮਰ ਦੀ ਆਈ ਤਾਂ ਮੈਂ ਆਪਦੇ ਹੌਬੀਜ਼ ਐਕਸਪਲੋਰ ਕੀਤੀਆਂ ਉਦੋਂ ਵੀ। 2013 'ਚ ਆਈ ਤਾਂ ਮੈਂ ਐਥਲੈਟਿਕਸ ਵੱਲ ਆ ਗਈ। ਜਿੰਨੀ ਮੈਂ ਵੱਡੀ ਹੋਏਗੀ ਮੇਰੀ ਓਨੀ ਰੇਸਸ 'ਚ ਮੇਰੀ ਸਪੀਡ ਵੱਧਦੀ ਗਈ। ਪਰ ਮੈਂ ਕਦੇ ਆਪਦੇ ਆਪ ਨੂੰ ਇੰਨਾ ਕੈਲਕੂਲੇਟ ਨਹੀਂ ਕੀਤਾ। ਸਗੋਂ ਮੇਰੇ ਫਾਦਰ ਨੇ ਬਾਅਦ 'ਚ ਦੇਖਿਆ, ਕਹਿੰਦੇ ਜੇ ਤੂੰ ਮਾੜਾ ਜਿਹਾ ਵੀ ਸੈਕਿੰਡ ਦਾ ਵੀ ਇੱਕ ਪੁਆਇੰਟ ਤੂੰ ਤੇਜ਼ ਭੱਜਦੀ ਯੂ ਵੁੱਡ ਹੈਵ ਬ੍ਰੋਕਨ ਦਾ ਰਿਕਾਰਡ। ਲਵਸ਼ੀ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਕਹਿੰਦੇ ਨੇ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਕਿਤਾਬ ਦੀ ਤਰ੍ਹਾਂ ਹੁੰਦੀ ਹੈ। ਜੇਕਰ ਅਸੀਂ ਇਨਸਾਨ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਉਸ ਦੀ ਜ਼ਿੰਦਗੀ ਰੂਪੀ ਕਿਤਾਬ ਨੂੰ ਪੜ੍ਹਨਾ ਬੇਹੱਦ ਹੀ ਜ਼ਰੂਰੀ ਹੋ ਜਾਂਦਾ ਹੈ। ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਉਹਨਾਂ ਦੀ ਜ਼ਿੰਦਗੀ ਰੂਪੀ ਕਿਤਾਬ ਨੂੰ ਜਦੋਂ ਅਸੀਂ ਪੜ੍ਹ ਰਹੇ ਸੀ ਤਾਂ ਅਸੀਂ ਅਹਿਸਾਸ ਕੀਤਾ ਕਿ ਬਤੌਰ ਐਥਲੀਟ ਉਹਨਾਂ ਨੂੰ ਬਹੁਤ ਸਾਰੇ ਲੋਕ ਜਾਣਦੇ ਨੇ, ਪਰ ਉਹਨਾਂ ਦੀ ਕਿਤਾਬ ਦੇ ਵਿੱਚ ਜੋ ਸੰਘਰਸ਼ ਦੇ ਪੰਨੇ ਨੇ ਸ਼ਾਇਦ ਉਹ ਬਹੁਤ ਘੱਟ ਲੋਕ ਜਾਣਦੇ ਨੇ। ਮੈਂ ਗੱਲ ਕਰ ਰਹੀ ਹਾਂ ਮੈਡਮ ਉਪਿੰਦਰ ਕੌਰ ਸੇਖੋਂ ਦੀ। ਉਹਨਾਂ ਦੀ ਜ਼ਿੰਦਗੀ ਰੂਪੀ ਕਿਤਾਬ ਦੇ ਕੁਝ ਵਰਕੇ ਅੱਜ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਯੂ ਵੈਲਕਮ। ਸਭ ਤੋਂ ਪਹਿਲਾਂ ਤਾਂ ਮੈਮ ਇਹੀ ਜਾਣਨਾ ਚਾਹਾਂਗੇ ਕਿ ਖੇਡਾਂ ਵੱਲ ਰੁਝਾਨ ਕਿਵੇਂ ਹੋਇਆ? ਖੇਡਾਂ ਤਾਂ ਮੈਂ ਬਚਪਨ ਤੋਂ ਹੀ ਆਈ ਵਾਜ਼ ਐਥਲੀਟ ਸਿੰਸ ਚਾਈਲਡਹੁੱਡ। ਉਹ ਤਾਂ ਮੈਨੂੰ ਵੀ ਨਹੀਂ ਪਤਾ, ਕਿਉਂਕਿ ਜਦੋਂ ਮੈਂ ਆਪਣੀਆਂ ਪੁਰਾਣੀਆਂ ਸਰਟੀਫਿਕੇਟਸ ਪਿਕਚਰਸ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਓ ਮਾਈ ਗੋਡ ਮੇ ਬੀ 3rd 4th ਤੋਂ ਸ਼ੁਰੂ ਹੋ ਗਿਆ ਸੀ ਕੰਮ। ਅੱਛਾ। ਆਲ ਦਾ ਕ੍ਰੈਡਿਟ ਗੋਜ਼ ਟੂ ਮਾਈ ਫਾਦਰ। ਉਹ ਆਪ ਹਾਕੀ ਦੇ ਕੈਪਟਨ ਸੀਗੇ। ਅੱਛਾ ਜੀ। ਕਾਲਜ ਤੇ ਬੈਸਟ ਐਥਲੀਟ ਸੀਗੇ ਕਾਲਜ ਦੇ। ਸੋ ਉਹ ਮੈਨੂੰ ਬਚਪਨ ਤੋਂ ਹੀ ਲੈ ਕੇ ਜਾਂਦੇ, ਗਰਾਊਂਡ ਵਿੱਚ ਰੇਸ ਲਵਾਉਂਦੇ, ਹਮੇਸ਼ਾ ਮੇਰੇ ਨਾਲ ਸਪੋਰਟ ਰਹੀ ਹੈ ਜੀ। 3rd ਕਲਾਸ ਤੋਂ ਸ਼ੁਰੂ ਹੋਇਆ ਇਹ ਸਫ਼ਰ, ਹੁਣ ਵੀ ਤੁਸੀਂ ਗਰਾਊਂਡ ਦੇ ਵਿੱਚ ਜਾਂਦੇ ਹੋ। ਇੰਨਾ ਲੰਬਾ ਸਫ਼ਰ ਤੈਅ ਕੀਤਾ ਹੈ ਤੁਸੀਂ ਬਤੌਰ ਐਥਲੀਟ। ਇਸ ਸਫ਼ਰ ਬਾਰੇ ਦੱਸੋ, ਸਾਰਾ ਸਫ਼ਰ ਕਿਹੋ ਜਿਹਾ ਸੀ ਤੁਹਾਡਾ? ਮਾਈ ਲਾਈਫ ਹੈਜ਼ ਬੀਨ ਵੈਰੀ ਇੰਟਰਸਟਿੰਗ, ਕਿਉਂਕਿ ਮੈਂ ਜੋ ਅਚੀਵ ਕਰਨਾ ਚਾਹਿਆ ਮੈਨੂੰ ਮਿਲਿਆ। ਕੰਪੀਟੀਸ਼ਨ ਹੁੰਦਾ ਵੂਮਨ ਫੈਸਟੀਵਲ ਪਟਿਆਲੇ ਪੰਜਾਬੀ ਯੂਨੀਵਰਸਿਟੀ ਹੋਇਆ ਸੀ। ਉੱਥੇ ਮੇਰੀਆਂ 2 ਪੋਜੀਸ਼ਨਸ ਆਈਆਂ ਸੀਗੀਆਂ, 100 ਐਂਡ 200 ਮੀਟਰ ਰੇਸ। ਅਤੇ ਉਹ ਤਾਂ ਇੰਨੇ ਛੋਟੇ ਸੀ, ਉਦੋਂ ਕੁਛ ਨਹੀਂ ਪਤਾ ਸੀ, ਵਿਨ ਕਰਕੇ ਆ ਗਏ। ਉਦੋਂ ਹੀ ਪਤਾ ਲੱਗਿਆ ਜਦੋਂ ਕਾਲਜ 'ਚ ਅਨਾਊਂਸ ਹੋਇਆ ਕਨਵੋਕੇਸ਼ਨ 'ਚ ਕਿ ਯੂ ਆਰ ਗੋਇੰਗ ਟੂ ਗੈਟ ਕਾਲਜ ਕਲਰ ਜੀ। ਹਾਂ, ਅਤੇ ਮੈਨੂੰ ਇੰਨੀ ਖੁਸ਼ੀ ਹੋਈ ਕਿ ਕਿਉਂਕਿ ਮੈਂ ਪੜ੍ਹਾਈ ਵੀ ਬੜੀ ਜਲਦੀ ਕੀਤੀ ਹੈ। 9th ਵਿੱਚ ਹੀ 10th ਦੇ ਐਗਜ਼ਾਮ ਕਰ ਲਏ, ਮਤਲਬ ਥੋੜ੍ਹੀ ਜਿਹੀ ਛੋਟੀ ਹੋਈ ਸੀਗੀ ਅਤੇ ਮੈਨੂੰ ਇੰਨੀ ਜਲਦੀ ਉਹ ਮਿਲ ਗਿਆ ਅਵਾਰਡ। ਅਤੇ ਆਈ ਫੈਲਟ ਸੋ ਮਤਲਬ ਨਾਈਸ। ਮੈਂ ਤਾਂ ਕਾਲਜ ਵੀ ਆਪਦਾ ਉਹ ਪਾ ਕੇ ਜਾਂਦੀ ਹੈ ਬਲੇਜ਼ਰ, ਮਤਲਬ ਮੈਨੂੰ ਇੰਨਾ ਚੰਗਾ ਲੱਗਦਾ ਸੀ। ਅਤੇ ਕਾਲਜ ਵੀ ਮੈਂ ਬੈਸਟ ਐਥਲੀਟ ਤਾਂ ਸਮਹਾਉ ਨਹੀਂ ਬਣ ਸਕੀ, ਬਸ ਫਸਟ ਸੈਕਿੰਡ 100 200 ਰਿਲੇ ਰੇਸ, ਸ਼ਾਰਟ ਪੁੱਟ, ਡਿਸਕਸ ਐਂ ਚੱਲਦਾ ਰਿਹਾ। ਈਵਨ ਮੈਂ ਤਾਂ ਸ਼ਰਮ ਆਉਂਦੀ ਸੀ ਵੀ ਮੈਂ ਉਹ ਵੀ ਨਹੀਂ ਛੱਡਦੀ ਸੀ, ਜਿਵੇਂ ਕੋਈ ਚਾਟੀ ਰੇਸ, 3 ਲੈਗ ਰੇਸ, ਸੈਕ ਰੇਸ, ਹਰ ਇੱਕ ਦੇ ਵਿੱਚ। ਮੈਨੂੰ ਕਈ ਵਾਰੀ ਬੜਾ ਅਜੀਬ ਜਿਹਾ ਲੱਗਦਾ ਵੀ ਦੂਜੇ ਬੱਚੇ ਕਹਿਣਗੇ ਵੀ ਆਹ ਤਾਂ ਛੱਡ ਦਿਓ ਸਾਡੇ ਲਈ ਕੁਛ, ਪਰ ਮੈਂ ਰਹਿ ਹੀ ਨਹੀਂ ਸਕਦੀ ਸੀ, ਮੈਂ ਉਹ ਵੀ ਵਿਨ ਕਰ ਲੈਂਦੀ। ਸੋ ਦਿਸ ਵਾਜ਼ ਅਪ ਟੂ ਮਾਈ ਕਾਲਜ। ਸੋ ਦੈਨ ਕਮਸ ਯੂਨੀਵਰਸਿਟੀ। ਇੱਥੇ ਯੂਨੀਵਰਸਿਟੀ ਆਈ ਤਾਂ ਜਿਹੜਾ ਮੈਂ ਐਡਮਿਸ਼ਨ ਲਈ ਸੀ MA ਇੰਗਲਿਸ਼ ਵਿੱਚ, ਦੈਟ ਟਾਈਮ ਇਟ ਵਾਜ਼ ਵੈਰੀ ਡਿਫੀਕਲਟ ਟੂ ਗੈਟ ਐਡਮਿਸ਼ਨ ਇਨ ਪੰਜਾਬ ਯੂਨੀਵਰਸਿਟੀ ਬਿਕੋਜ਼ ਇਟ ਵਾਜ਼ ਵੈਰੀ ਪ੍ਰੈਸਟੀਜੀਅਸ ਦੈਟ ਟਾਈਮ। ਹੁਣ ਤਾਂ ਮੈਨੂੰ ਪਤਾ ਨਹੀਂ, ਹੁਣ ਤਾਂ ਖੈਰ ਬੱਚੇ ਇੱਧਰ ਉੱਧਰ ਜਾਣ ਲੱਗ ਗਏ। ਉਦੋਂ ਦਿੱਲੀ ਦੇ ਵੀ ਆਉਂਦੇ। ਐਡਮਿਸ਼ਨ ਵਾਜ਼ ਵੈਰੀ ਟਫ ਐਂਡ ਆਈ ਗੋਟ ਔਨ ਸਪੋਰਟਸ ਬੇਸਿਸ ਇੱਥੇ ਪੰਜਾਬ ਯੂਨੀਵਰਸਿਟੀ। ਸਾਡੇ ਇੱਕ ਰੂਲ ਉਹਨਾਂ ਨੇ ਬਣਾਇਆ ਕਿ ਐਡਮਿਸ਼ਨ ਤਾਂ ਤੁਸੀਂ ਲੈ ਲਈ ਸਪੋਰਟਸ ਬੇਸਿਸ 'ਤੇ, ਬਟ ਤੁਹਾਨੂੰ ਹੁਣ ਕੁਛ ਕਰਕੇ ਵੀ ਦਿਖਾਉਣਾ ਇਹਦੇ 'ਚ। ਅਤੇ ਮੇਰੇ ਲਈ ਤਾਂ ਕੀ ਔਖਾ ਸੀਗਾ, ਮੈਂ ਤਾਂ ਆਈ ਬਿਕੇਮ ਬੈਸਟ ਐਥਲੀਟ ਟਵਾਈਸ ਜੀ ਐਂਡ ਬੀਟਿੰਗ ਆਲ ਦਾ ਫਿਜ਼ੀਕਲ ਐਜੂਕੇਸ਼ਨ ਸਟੂਡੈਂਟਸ। ਅਤੇ ਮੈਨੂੰ ਪਹਿਲੇ ਸਾਲ ਵਿੱਚ ਹੀ ਫਿਜ਼ੀਕਲ ਐਜੂਕੇਸ਼ਨ ਵਾਲੇ ਜਿਹੜੇ ਸਰ ਸੀ ਉਹਨਾਂ ਨੇ ਕਿਹਾ ਕਿ ਬੀਬਾ ਤੂੰ ਸਾਡੇ ਡਿਪਾਰਟਮੈਂਟ 'ਚ ਆ ਜਾ। ਅਤੇ
ਮੇਰੀ ਤਾਂ ਇਹ ਹੌਬੀ ਸੀ, ਮੈਂ ਕਦੇ ਸੋਚਿਆ ਨਹੀਂ ਵੀ ਮੈਂ ਕਦੇ ਐਜ਼ ਅ ਪ੍ਰੋਫੈਸ਼ਨ ਹੈ ਨਾ ਸਪੋਰਟਸ ਨੂੰ ਬਣਾਉਣਾ। ਇਟ ਵਾਜ਼ ਮਾਈ ਹੌਬੀ ਆਲਵੇਜ਼। ਤੇ ਪ੍ਰੈਕਟਿਸ ਵੀ ਮੈਂ 1 ਮਹੀਨਾ ਹੀ ਕਰਦੀ ਸੀ, ਐਥਲੈਟਿਕ ਮੀਟ ਤੋਂ ਪਹਿਲਾਂ ਕਰਕੇ ਬਣ ਜਾਈਦਾ ਸੀ, ਚਲੋ ਫਿਰ ਛੱਡ ਦਈਦਾ ਸੀ। ਸੋ 2 ਸਾਲ ਮੈਂ ਬਣਦੀ ਰਹੀ। ਤੇ ਇੱਕ ਪਲੇਅਰ ਲਈ ਮਤਲਬ ਵੀ ਇਦੋਂ ਵੱਧ ਕੀ ਔਨਰ ਹੈ ਕਿ ਤੁਸੀਂ ਸਾਰੇ ਫਿਜ਼ੀਕਲ ਐਜੂਕੇਸ਼ਨ ਵਾਲੇ ਬੱਚਿਆਂ ਨੂੰ ਬੀਟ ਕਰਕੇ ਤੁਸੀਂ ਬਣਦੇ ਹੋ। ਤੇ ਹੈ ਨਾ, ਫਿਰ ਇੱਥੇ ਹੀ ਮੈਂ ਇੱਕ ਗੋਲਡ ਮੈਡਲ ਜਿੱਤਿਆ ਸੀ ਡਿਸਕਸ ਥਰੋ ਵਿੱਚ, ਉਹ ਵੂਮਨ ਫੈਸਟੀਵਲ 'ਚ, ਜਿਹੜਾ ਕਿ ਮੈਂ BA ਪਾਰਟ 1 'ਚ 2nd 3rd ਆਈ ਸੀ। ਇੱਥੇ ਮੈਂ ਗੋਲਡ ਮੈਡਲ ਆਪਣਾ ਡਿਸਕਸ ਵਿੱਚ ਲਿਆ ਜੀ। ਤੇ ਜਿਹਦੇ ਨਾਲ ਮੈਨੂੰ ਫਿਰ ਰੋਲ ਆਫ ਆਨਰ ਵਗੈਰਾ ਮਿਲਿਆ। ਤੇ ਇੱਕ ਹੋਰ ਇੰਟਰਸਟਿੰਗ ਥਿੰਗ ਸੀਗਾ ਕਿ ਸਾਡੇ ਪੰਜਾਬ ਯੂਨੀਵਰਸਿਟੀ ਇੱਥੇ ਐਥਲੈਟਿਕ ਮੀਟ ਤੇ ਟੀਮ ਚੈਂਪੀਅਨਸ਼ਿਪ ਵੀ ਦਿੰਦੇ ਆ ਜੀ। ਸੋ ਬੀਇੰਗ ਮੈਂ ਓਨਲੀ ਸਟੂਡੈਂਟ ਫਰੋਮ ਇੰਗਲਿਸ਼ ਡਿਪਾਰਟਮੈਂਟ, ਤੇ ਜਿਹੜੀ ਟੀਮ ਚੈਂਪੀਅਨਸ਼ਿਪ ਸੀਗੀ ਉਹ ਮੇਰੇ ਕਰਕੇ ਜਿੱਤੀ। ਫਿਰ ਉਹ ਮੈਂ ਹੀ ਆਪਦੇ ਕੋਲੇ ਲੈ ਗਈ। ਮੈਂ ਕਿਹਾ ਮੈਂ ਕੋਈ ਨਹੀਂ ਡਿਪਾਰਟਮੈਂਟ ਵਾਲਿਆਂ ਨੂੰ ਦਿੰਦੀ, ਮੇਰਾ ਐਫਰਟ ਹੈ। ਤੇ ਸੋ ਬੜੀ ਇੰਟਰਸਟਿੰਗ ਰਹੀ। ਤੇ ਨਾਲੇ ਮੈਨੂੰ ਬੜਾ ਚੰਗਾ ਲੱਗਿਆ ਕਿ ਜੇ ਮੈਂ ਇਹ ਸਪੋਰਟਸ ਬੇਸ 'ਤੇ ਐਡਮਿਸ਼ਨ ਲਈ ਤੇ ਮੈਂ ਉਹ ਕਰਕੇ ਦਿਖਾਇਆ। ਸੋ ਆਈ ਵਾਜ਼ ਕੈਪਟਨ ਆਫ ਐਥਲੈਟਿਕਸ ਟੀਮ ਪੰਜਾਬ ਯੂਨੀਵਰਸਿਟੀ। ਤੇ ਮੈਂ ਹਾਕੀ ਦੇ ਵੀ ਅਸੀਂ ਮੈਚ ਖੇਡ ਕੇ ਆਉਂਦੇ MCM ਵਗੈਰਾ ਜਾਂ ਹੋਰ। ਦੈਨ ਆਈ ਵੈਂਟ ਟੂ ਪੰਜਾਬੀ ਯੂਨੀਵਰਸਿਟੀ ਜੀ, ਉੱਥੇ ਫਿਰ ਬੈਸਟ ਐਥਲੀਟ ਜੀ। ਸੋ ਮਾਈ ਓਵਰਆਲ ਜਿੰਨੀ ਮੈਂ ਵੱਡੀ ਹੋਏਗੀ ਮੇਰੀ ਓਨੀ ਰੇਸਸ 'ਚ ਮੇਰੀ ਸਪੀਡ ਵੱਧਦੀ ਗਈ। ਪਰ ਮੈਂ ਕਦੇ ਆਪਦੇ ਆਪ ਨੂੰ ਇੰਨਾ ਕੈਲਕੂਲੇਟ ਨਹੀਂ ਕੀਤਾ। ਸਗੋਂ ਮੇਰੇ ਫਾਦਰ ਨੇ ਬਾਅਦ 'ਚ ਦੇਖਿਆ, ਕਹਿੰਦੇ ਜੇ ਤੂੰ ਮਾੜਾ ਜਿਹਾ ਵੀ ਸੈਕਿੰਡ ਦਾ ਵੀ ਇੱਕ ਪੁਆਇੰਟ ਤੂੰ ਤੇਜ਼ ਭੱਜਦੀ ਯੂ ਵੁੱਡ ਹੈਵ ਬ੍ਰੋਕਨ ਦਾ ਰਿਕਾਰਡ। ਤੇ ਮੈਂ ਕਿਹਾ ਆਪਣੀ ਉਹ ਸੋਚ ਹੀ ਨਹੀਂ ਹੁੰਦੀ ਸੀ, ਆਪਣਾ ਹੁੰਦਾ ਸੀ ਆਪਾਂ ਉਹਦਾ ਪਾਰਟੀਸਪੇਟ ਕੀਤਾ ਹੈ ਨਾ। ਸੋ ਮੈਂ ਇਹ ਚੀਜ਼ ਦੇਖਿਆ ਕਿ ਜਿੰਨੀ ਮੈਂ ਵੱਡੀ ਹੋਏਗੀ ਮੇਰੇ 'ਚ ਉਹ ਚੀਜ਼ ਸਗੋਂ ਵੱਧਦੀ ਗਈ ਜੀ। ਤੇ ਚਲੋ ਆਪਦਾ ਫਿਰ ਲਾਅ ਹੋ ਗਈ, ਸਾਰੇ ਟਾਈਟਲਸ ਜਿੱਤ ਲਏ, ਕਰ ਲਏ, ਗੋਟ ਮੈਰਿਡ ਹੈ ਨਾ। ਤੇ ਐਂ ਲੱਗਦਾ ਉਦੋਂ ਵੀ ਬਸ ਸਪੋਰਟਸ ਇਜ਼ ਓਵਰ। ਤੇ ਇਹ ਤਾਂ ਮੈਂ ਬਾਅਦ 'ਚ ਲਈ ਕਿ 2012 ਪਤਾ ਲੱਗਿਆ ਕਿ ਕੋਈ ਮਾਸਟਰ ਗੇਮ ਜਾਂ ਵੈਟਰਨ ਐਥਲੈਟਿਕਸ ਹੁੰਦੀਆਂ। ਉਹ ਸਮਝ ਹੀ ਨਾ ਆਵੇ ਵੀ ਇਹ ਕੀ ਵੈਟਰਨ, ਤਾਂ ਆਪਾਂ ਜ਼ਿਆਦਾ ਤਾਂ ਫੌਜੀਆਂ ਨੂੰ ਕਹਿੰਦੇ ਆ, ਇਹ ਵਾਟ ਇਜ਼ ਦਿਸ। ਫਿਰ ਪਤਾ ਲੱਗਿਆ ਤੇ ਮੈਂ ਕੀ ਕੀਤਾ, ਉਦੋਂ ਜ਼ਿਆਦਾ ਹੀ ਜੋਸ਼ 'ਚ ਆ ਕੇ ਆਪਦੇ ਸਪਾਈਕਸ ਕੱਢੇ ਤੇ ਭੱਜ ਲਈ। ਅੱਛਾ। ਉਹ ਯਾਦ ਨਾ ਰਿਹਾ ਕਿ ਹੁਣ ਤਾਂ ਤੂੰ ਵੱਡੀ ਹੋ ਗਈ। ਤੇ ਮੈਂ ਭੱਜ ਲਈ ਤੇ ਮੇਰੇ ਤਾਂ ਉਹ ਕ੍ਰੈਂਪਸ ਪੈ ਗਏ ਤੇ ਡਾਕਟਰ ਨੇ ਮੈਨੂੰ ਬੈੱਡ ਰੈਸਟ ਦੇ ਦਿੱਤਾ। ਅੱਛਾ। ਕਿਹਾ ਕਿ ਪੰਗਾ ਲੈ ਲਿਆ। ਬਟ ਦੈਨ ਇਨ ਉਹ ਤਾਂ ਤੁਹਾਨੂੰ ਵਿੱਚ ਰਹਿ ਹੀ ਗਿਆ। ਮੇਰੀ ਤਾਂ ਵੈਸੇ ਸਰਜਰੀ ਹੋਈ ਸੀਗੀ ਬ੍ਰੇਨ ਟਿਊਮਰ ਦੀ ਇਨ 2000। ਤੁਸੀਂ ਕਿਹਾ ਕਿ ਤੁਹਾਡੀ ਸਰਜਰੀ ਹੋਈ ਸੀ ਬ੍ਰੇਨ ਟਿਊਮਰ ਦੀ। ਇਹ ਬਹੁਤ ਔਖਾ ਦੌਰ ਹੁੰਦਾ ਹੈ ਕਿਉਂਕਿ ਜਦੋਂ ਇਨਸਾਨ ਨੂੰ ਥੋੜ੍ਹੀ ਜਿਹੀ ਵੀ ਸੱਟ ਲੱਗਦੀ ਹੈ ਜਾਂ ਤਕਲੀਫ ਹੁੰਦੀ ਹੈ, ਇਨਸਾਨ ਜਿਹੜਾ ਹੈ ਕਿਤੇ ਨਾ ਕਿਤੇ ਹਿੰਮਤ ਹਾਰਨ ਲੱਗਦਾ ਹੈ। ਬ੍ਰੇਨ ਟਿਊਮਰ ਦੀ ਸਰਜਰੀ ਹੋਣਾ ਮਤਲਬ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਨੂੰ ਬ੍ਰੇਨ ਟਿਊਮਰ ਹੋ ਗਿਆ ਹੈ, ਉਹ ਸਾਰਾ ਕੀ ਦੌਰ ਸੀ, ਕਿਵੇਂ ਨਿਕਲੇ ਉਸ ਦੇ ਵਿੱਚੋਂ ਬਾਹਰ ਤੁਸੀਂ? ਜਦੋਂ ਬ੍ਰੇਨ ਟਿਊਮਰ ਦਾ ਵੈਸੇ ਕੋਈ ਪਤਾ ਵੀ ਨਹੀਂ ਲੱਗਿਆ ਸੀ, ਬਟ ਉਸ ਟਾਈਮ ਕੁਛ ਨਾ ਕੁਛ ਤਾਂ ਚੱਲ ਰਿਹਾ ਸੀਗਾ ਮੇਰੇ ਅੰਦਰ। ਵੀਕਨੈਸ ਸੀ, ਬੋਡੀ ਵੀ ਕੰਬਦੀ ਸੀ, ਪਰ ਪਤਾ ਹੀ ਨਹੀਂ ਸੀਗਾ ਕਿਉਂਕਿ ਮਾੜਾ ਮੋਟਾ ਚੈੱਕ ਤਾਂ ਕਰਾਇਆ ਸੀ, ਇਸ ਚੀਜ਼ ਦਾ ਕੋਈ ਪਤਾ ਨਹੀਂ ਲੱਗਿਆ। 2000 ਜਨਵਰੀ ਦੇ ਵਿੱਚ ਮੇਰੇ ਫਾਦਰ ਬਿਮਾਰ ਹੋਏ, PGI ਆ ਗਏ ਤੇ ਉਹ 7 ਮਹੀਨੇ PGI 'ਚ ਰਹੇ ਬਿਮਾਰ। ਉਸ ਟਾਈਮ 'ਚ ਕਹਿ ਲਓ ਉਹਨਾਂ ਦੀ ਫਿਕਰ ਨਾ ਤੇ ਜਾਂ ਟੈਨਸ਼ਨ ਨਾ, ਮੇਰਾ ਉਹ ਬ੍ਰੇਨ ਟਿਊਮਰ ਮੈਨੂੰ ਲੱਗਦਾ ਹੋਰ ਵੱਧ ਰਿਹਾ ਸੀ। ਬਿਕੋਜ਼ ਉਦੋਂ ਵੀ ਮੈਂ ਜਦੋਂ ਪਾਪਾ ਨੂੰ PGI ਮਿਲ ਜਾਂਦੀ ਸੀ ਤਾਂ ਇੱਕ ਚੀਜ਼ ਨੋਟ ਅਸੀਂ ਕਰਦੇ ਹੁੰਦੇ ਸੀ ਕਿ ਮੇਰੀ ਬੋਡੀ ਨਾ ਮਤਲਬ ਕੰਬਦੀ ਹੁੰਦੀ ਸੀ। ਐਂ ਲੱਗਦਾ ਹੁੰਦਾ ਸੀ ਕਿ ਮੈਂ ਡਿੱਗ ਨਾ ਪਵਾਂ ਕਿਉਂਕਿ ਫਾਦਰ ਦੇ ਪੇਟ 'ਤੇ ਪੱਟੀਆਂ ਹੁੰਦੀਆਂ, ਮੈਨੂੰ ਲੱਗਦਾ ਵੀ ਐਂ ਨਾ ਜਾ ਡਿੱਗਾ। ਸੋ ਆਈ ਯੂਜ਼ ਟੂ ਮੈਂ ਪਿੱਛੇ ਜਿਹੇ ਹੋ ਕੇ ਖੜਨਾ। ਬਾਅਦ 'ਚ ਦੇਖਦੀ ਹਾਂ ਵੀ ਮੇਰੇ ਤਾਂ ਕਾਲਸ ਮੂੰਹ 'ਤੇ ਸਾਰੇ ਫੈਲੀ ਪਈ ਸੀ ਐ, ਪਰ ਕੋਈ ਪਤਾ ਨਹੀਂ, ਉਦੋਂ ਧਿਆਨ ਨਹੀਂ ਦਿੱਤਾ। ਬਟ ਆਫਟਰ ਉਹ 3 ਦਿਨਾਂ ਬਾਅਦ ਜਦੋਂ ਐਕਸਪਾਇਰ ਕੀਤੇ ਤੇ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਫਿਰ ਡਿਟੈਕਟ ਹੋਇਆ ਬਠਿੰਡੇ, ਡਾਕਟਰਸ ਨੇ ਕੀਤਾ ਕਿ ਸ਼ੀ ਹੈਜ਼ ਬ੍ਰੇਨ ਟਿਊਮਰ ਐਂਡ ਉਹ ਵੀ ਇੰਨਾ ਵੱਡਾ ਹੈ ਕਿ ਪੋਟੈਟੋ ਸਾਈਜ਼। ਓ ਮਾਈ ਗॉड। ਤੇ ਫਿਰ ਮੇਰੇ ਹਸਬੈਂਡ ਨੇ, ਹੀ ਵਾਜ਼ ਇਨ ਅਮਰੀਕਾ ਦੈਟ ਟਾਈਮ, ਉਹਨਾਂ ਨੇ ਇਹੀ ਡਿਸੀਜਨ ਲਿਆ ਕਿ ਇਹਦੀ ਆਪਾਂ ਬੜੀ ਮੇਜਰ ਸਰਜਰੀ ਹੈ ਕਿ ਅਮਰੀਕਾ ਕਰਾਵਾਂਗੇ। ਸੋ ਮੇਰੀ ਸਰਜਰੀ ਨਿਊ ਜਰਸੀ ਹੋਈ ਸੀ ਉਸ ਟਾਈਮ।
ਤੇ ਉਦੋਂ ਮੈਂ ਇੰਨੀ ਵੀਕਸ ਹੋ ਚੁੱਕੀ ਸੀ ਕਿ ਜਦੋਂ ਮੈਂ ਅਮਰੀਕਾ ਵੀ ਟਰੈਵਲ ਕੀਤਾ ਕਿ ਮੈਨੂੰ ਕਰਨਾ ਬੜਾ ਔਖਾ ਲੱਗਿਆ। ਛੋਟੇ ਛੋਟੇ ਬੱਚੇ ਸੀ ਐਡੇ ਐਡੇ, ਤੇ ਇਹੀ ਮੇਰਾ ਕਹਿ ਲਓ ਸਹਾਰਾ ਸੀ। ਫੜ ਫੁੜ ਕੇ ਮੈਨੂੰ ਲੈ ਗਏ। ਸਰਜਰੀ ਵੀ ਹੋ ਗਈ, ਤੇ ਪਰ ਬੜਾ ਫਿਕਰ ਸੀ ਘਰਦਿਆਂ ਨੂੰ ਵੀ, ਡਾਕਟਰਸ ਨੂੰ, ਕਿ ਮੈਮਰੀ ਸ਼ੀ ਵਿਲ ਲੂਜ਼ ਦਾ ਮੈਮਰੀ ਆ। ਬਟ ਉਹ ਵੀ ਮੈਂ ਲੂਜ਼ ਤਾਂ ਨਹੀਂ ਕੀਤੀ, ਕਾਫੀ ਤਾਂ ਠੀਕ ਸੀਗੀ। ਬਟ ਜਦੋਂ ਇੰਡੀਆ ਆਏ ਸੀ 5 ਮੰਥਸ ਬਾਅਦ ਬਟ ਉਦੋਂ ਬੜਾ ਔਖਾ ਟਾਈਮ ਸੀਗਾ, ਕਿਉਂਕਿ ਮੈਂ ਜੇ ਦਵਾਈ ਭੁੱਲ ਜਾਂਦੀ ਸੀ ਤੇ ਮੈਂ 1-2 ਵਾਰ ਬੇਹੋਸ਼ ਹੋ ਕੇ ਵੀ ਡਿੱਗੀ ਹਾਂ। ਤੇ ਮੈਨੂੰ ਤਾਂ ਕੋਈ ਸੁਰਤ ਨਹੀਂ ਰਹਿੰਦੀ ਸੀ। ਸੋ ਡਾਕਟਰ ਨੇ ਹੀ ਕਿਹਾ ਸੀਗਾ ਕਿ ਸ਼ੀ ਸ਼ੁੱਡ ਟੇਕ ਕੇਅਰ ਆਫ ਹਰਸੈਲਫ, ਦਵਾਈ ਨਹੀਂ ਮਿਸ ਕਰਨੀ, ਕਾਰ ਨਹੀਂ ਡਰਾਈਵ ਕਰਨੀ। ਕਾਰ ਵੀ ਮੈਂ ਨਵੀਂ ਉਦੋਂ ਸਿੱਖੀ ਸੀ। ਮੈਂ ਘਰਦਿਆਂ ਨੂੰ ਕਹਿੰਦੀ ਸੀ ਵੀ ਕੋਈ ਨਹੀਂ, ਇੰਨਾ ਕੁ ਤਾਂ ਮੈਨੂੰ ਪਤਾ ਲੱਗਦਾ, ਜਦੋਂ ਕੋਈ ਆਈ ਬੇਹੋਸ਼ ਹੋਣ ਵਾਲੀ ਗੱਲ ਮੈਂ ਰੁਕ ਜੂੰਗੀ, ਆਈ ਵੋਂਟ ਡਰਾਈਵ। ਮੈਂ ਥੋੜਾ ਉਦੋਂ ਆਪਣਾ ਜੋ ਠੀਕ ਹੋਣਾ ਸ਼ੁਰੂ ਹੋ ਗਈ, ਬੱਚੇ ਵੀ ਥੋੜੇ ਸੰਭਲ ਗਏ। ਮੈਂ ਕਿਹਾ ਚਲੋ ਹੋਰ ਤਾਂ ਨਹੀਂ ਕੁਛ ਕੀਤਾ, ਪੜ੍ਹੇ ਲਿਖੇ ਹੈ, ਲੈਟਸ ਐਕਸਪਲੋਰ ਮਾਈ ਹੌਬੀਜ਼। ਫਿਰ ਮੈਂ ਆਪਦਾ ਐਂਟੀਕ ਕਲੈਕਸ਼ਨ ਵੱਲ ਧਿਆਨ ਦੇਣਾ ਸ਼ੁਰੂ ਕਰਤਾ। ਥੋੜਾ ਆਪਦੀਆਂ ਥਾਟਸ, ਕਿਉਂਕਿ ਜਦੋਂ ਬੰਦਾ ਇੰਨੀ ਸਿਕਨੈਸ ਤੇ ਫਾਦਰ ਦਾ ਜਿਹੜਾ ਇਹ ਲੋਸ, ਉਹ ਇਫੈਕਟ ਹੋ ਗਿਆ ਹਨ। ਤੇ ਦੈਨ ਆਈ ਸਟਾਰਟਡ ਰਾਈਟਿੰਗ। ਫਿਰ ਮੈਂ ਲਿਖਣਾ ਸ਼ੁਰੂ ਕਰਤਾ। ਤੇ ਕਿਉਂਕਿ ਮੈਂ ਆਪਦੇ ਆਪ ਨੂੰ ਬਿਜ਼ੀ ਕਰ ਲਿਆ, ਲਾਈਫ ਬਹੁਤ ਵਧੀਆ ਆਪਣਾ ਚੱਲ ਰਹੀ ਸੀ। ਸਡਨਲੀ 2013 ਵਿੱਚ ਇੱਕ ਦਿਨ ਬੇਹੋਸ਼ ਹੋ ਗਈ, ਤਾਂ ਪਤਾ ਲੱਗਿਆ ਕਿ ਆਈ ਹੈਵ ਮੈਨੇਜਾਈਟਸ, ਉਹ ਵੀ ਬ੍ਰੇਨ 'ਚ। ਆਈ ਰਿਮੇਨਡ ਇਨ ਹੌਸਪੀਟਲ, ਮੈਂ ਕਿਹਾ ਕੋਮਾ 'ਚ ਵੀ ਰਹੀ ਹਾਂ। ਤਾਂ ਉਦੋਂ ਮੇਰਾ ਮੁਸ਼ਕਿਲ ਸੀਗਾ ਬਚਣਾ ਬਹੁਤ, ਇਟ ਵਾਜ਼ ਵੈਰੀ ਟਫ। ਤੇ ਪਰ ਮੇਰੇ ਹਸਬੈਂਡ ਬੱਚੇ ਆਲ, ਜਾਂ ਮੇਰੇ ਇਨ-ਲॉज ਦੇ ਸਟੂਡ ਬਾਈ ਮੀ, ਤੇ ਵੀ ਕੋਈ ਨਹੀਂ ਫਾਈਟ ਕਰਾਂਗੇ, ਦੇਖਦੇ ਹਾਂ। ਤੇ ਮੈਂ ਉਹਦੇ 'ਚੋਂ ਵੀ ਨਿਕਲ ਆਈ ਤੇ ਘਰ ਆ ਗਈ ਤੇ ਫਿਰ ਮੈਨੂੰ ਚਲਾਉਣਾ ਫੜ ਕੇ ਵੀ ਤੋਰਦੇ ਸੀ ਕਿ ਕਿ ਜਦੋਂ ਬੱਚੇ ਨੂੰ ਜੇ ਆਪਾਂ ਕਹਿੰਦੇ ਹੁਣ ਤੁਰਨਾ ਸਿੱਖ ਲੈ, ਤੇ ਮੈਨੂੰ ਤੋਰਦੇ। ਪਰ ਉਦੋਂ ਬਸ ਆਫਟਰ 6 ਮੰਥਸ ਇੱਕ ਕੰਪੀਟੀਸ਼ਨ ਆ ਗਿਆ ਸਾਡਾ ਵੈਟਰਨਸ ਦਾ। ਫਿਰ ਮੇਰੇ ਮਾਈਂਡ 'ਚ ਪਤਾ ਨਹੀਂ ਕੀ ਆਇਆ, ਉਹ ਤਾਂ ਹੁਣ ਮੈਨੂੰ ਨਹੀਂ ਯਾਦ। ਤੇ ਮੈਂ ਘਰਦਿਆਂ ਨੂੰ ਕਿਹਾ ਕਿ ਆਈ ਵਾਂਟ ਟੂ ਪਾਰਟੀਸਪੇਟ ਇਨ ਇਟ। ਕੀਤਾ ਵੀ ਮੈਂ ਸ਼ਾਰਟ ਪਟ ਐਂਡ ਡਿਸਕਸ ਦੇ ਵਿੱਚ ਕਿ ਚਲੋ ਇੰਨਾ ਕੁ ਤਾਂ ਖੜ ਕੇ ਸਿੱਟ ਹੀ ਲਵਾਂਗੇ। ਦੈਨ ਆਈ ਵਨ ਪੋਜੀਸ਼ਨਸ ਇਨ ਬੋਥ ਥੀਜ਼ ਇਵੈਂਟਸ। ਫਿਰ ਨੈਕਸਟ ਈਅਰ ਫਿਰ ਆਏ ਆਫਟਰ, ਜਦੋਂ 3rd ਜਿਹੜਾ ਹੋਇਆ ਕੰਪੀਟੀਸ਼ਨ 3 ਸਾਲਾਂ ਬਾਅਦ, ਉਹਦੇ 'ਚ ਫਿਰ ਮੈਂ ਆਪਦਾ 100-200 ਤੇ ਆ ਗਈ। ਫਿਰ ਚੱਲਿਆ ਉਹੀ 100-200 400 ਜਿੰਨੇ ਚਲਾਓ ਕਰਦੇ ਸੀ ਆਪਾਂ, ਉਨੇ ਤਾਂ ਕਰਨੇ ਹੀ ਕਰਨੇ ਸੀ। ਕਈ ਦੇਈਦਾ ਸੀਗਾ ਵੀ 2 ਤੋਂ ਵੱਧ ਵੀ ਦੇ ਦਿਓ, ਬਿਕੋਜ਼ ਇੱਕ ਟਾਈਮ ਤਾਂ ਇਹ ਆਇਆ ਸੀ ਕਿ 3 ਚਲਾਓ ਕੀਤਾ ਮੈਂ, 3 'ਚ ਗੋਲਡ। ਤੇ ਹੁਣ ਤੱਕ ਮੇਰਾ ਇਹ ਸਫ਼ਰ, ਇਟਸ ਆਈ ਫੀਲ ਵੈਰੀ ਇੰਟਰਸਟ, ਕਹਿ ਲਓ ਕਿ ਲੱਕੀ ਕਿ ਮੈਂ ਆਪਦੇ ਆਪ ਨੂੰ ਉਹੀ ਪੋਜੀਸ਼ਨ 'ਤੇ ਆ ਗਈ ਜਿਹੜੀ ਮੈਂ ਪਹਿਲਾਂ ਸੀ। ਐਂਡ ਮੈਂ ਉਹਦੇ ਨਾਲ ਠੀਕ ਵੀ ਹੋਈ ਹਾਂ। ਬਿਮਾਰੀ ਮੂਰੀ ਤਾਂ ਕੋਈ ਯਾਦ ਨਹੀਂ, ਹੁਣ ਤਾਂ ਐਂ ਲੱਗਦਾ ਬਚਪਨਾ ਵਾਪਸ ਆ ਗਿਆ ਜੀ। ਆਈ ਫੀਲ ਵੈਰੀ ਐਨਰਜੈਟਿਕ। ਮੈਨੂੰ ਤਾਂ ਐਂ ਲੱਗਦਾ ਵੀ ਆਹ ਜਿਹੜੇ ਬਿਮਾਰੀ ਮੂਰੀ ਦੀਆਂ ਗੱਲਾਂ ਤਾਂ ਕੁਛ ਵੀ ਨਹੀਂ, ਤਾਂ ਤੁਹਾਨੂੰ ਇੱਕ ਸ਼ੇਕ ਕਰਦੇ ਆ। ਇੱਕ ਸ਼ੇਕ ਕਰਨ ਨੂੰ ਹੁੰਦਾ ਕਿ ਤੁਸੀਂ ਕੁਛ ਵੀ ਨਹੀਂ ਕਰ ਰਹੇ, ਯੂ ਆਰ ਟੇਕਿੰਗ ਲਾਈਫ ਫॉर ਗ੍ਰਾਂਟਿਡ। ਜਦੋਂ ਕੋਈ ਬਿਮਾਰੀ ਆਉਂਦੀ ਹੈ ਕੋਈ ਹੈ, ਤੁਹਾਨੂੰ ਇੱਕ ਸ਼ੇਕ ਕਰਨੀ ਹੀ ਹੁੰਦੀ ਹੈ। ਸੋ ਜੇ ਮੈਨੂੰ ਬ੍ਰੇਨ ਟਿਊਮਰ ਦੀ ਆਈ ਤਾਂ ਮੈਂ ਆਪਦੇ ਹੌਬੀਜ਼ ਐਕਸਪਲੋਰ ਕੀਤੀਆਂ ਉਦੋਂ ਵੀ। 2013 'ਚ ਆਈ ਤਾਂ ਮੈਂ ਐਥਲੈਟਿਕਸ ਵੱਲ ਆ ਗਈ। ਹੁਣ ਤਾਂ ਮੇਰੀ ਇਹ ਹੈ ਕਿ ਐਕਸਰਸਾਈਜ਼ ਇਜ਼ ਮਾਈ ਪਾਰਟ ਐਂਡ ਪਾਰਸਲ। ਸੁਬਾਹ ਆਪਣਾ ਮੈਂ ਜਿਮ ਕਰਦੀ ਹਾਂ ਜੀ, ਐਂਡ ਸ਼ਾਮ ਨੂੰ ਮੈਂ ਗਰਾਊਂਡ ਜਾਣਾ ਹੈ ਜੀ। ਆਈ ਡੋਂਟ ਵਾਂਟ ਟੂ ਮਿਸ ਇਟ ਫॉर ਏ ਡੇ ਆਲਸੋ। ਜੇ ਇੱਕ ਦਿਨ ਮਿਸ ਕਰ ਗਏ ਤੁਹਾਨੂੰ ਥੋੜ੍ਹੀ ਸੁਸਤੀ ਆ ਜਾਂਦੀ ਹੈ। ਸੋ ਮੈਂ ਕਹਿੰਦੀ ਹਾਂ ਵੀ ਲਾਈਫ ਸ਼ੁੱਡ ਬੀ ਵੈਰੀ ਔਰਗਨਾਈਜ਼ਡ ਤੇ ਬਿਜ਼ੀ ਰਹੋ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਨੇ ਤੁਹਾਡੇ ਵਿੱਚ ਇੱਕ ਨਵੀਂ ਊਰਜਾ ਭਰੀ। ਜਦੋਂ ਜ਼ਿੰਦਗੀ ਵਿੱਚ ਠੋਕਰਾਂ ਖਾਧੀਆਂ, ਇੰਨਾ ਕਮਜ਼ੋਰ ਹੋਏ ਸਰੀਰਕ ਤੌਰ 'ਤੇ ਵੀ ਤੇ ਮਾਨਸਿਕ ਤੌਰ 'ਤੇ ਵੀ, ਖੇਡਾਂ ਨੇ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਅਸੀਂ ਕਹਿ ਸਕਦੇ ਹਾਂ ਨਾ ਇਹ ਖੇਡਾਂ ਨੇ ਮੇਰਾ ਬਚਪਨਾ ਵਾਪਸ ਲਿਆ ਤਾ। ਠੀਕ ਹੈ ਵੀ ਮੇਰੀ ਆਈਸਾਈਟ 'ਤੇ ਵੀ ਇਫੈਕਟ ਹੋਇਆ ਹੈ। ਮੈਂ ਸਪੈਕਸ ਲਾ ਕੇ ਭੱਜਦੀ ਹਾਂ, ਸਪੈਕਸ ਲਾ ਕੇ ਮੈਂ ਸਿੱਟਦੀ ਹਾਂ ਡਿਸਕਸ ਵਗੈਰਾ।
ਬਟ ਆਈ ਡੋਂਟ ਕੇਅਰ ਇਹਨਾਂ ਦੀਆਂ ਚੀਜ਼ਾਂ ਤੋਂ। ਪਰ ਮੈਨੂੰ ਲੱਗਦਾ ਮੇਰਾ ਬਚਪਨ ਆ ਗਿਆ, ਮੈਂ ਗਰਾਊਂਡ ਜਾਂਦੀ ਹਾਂ, ਮੈਨੂੰ ਇੰਨਾ ਚੰਗਾ ਲੱਗਦਾ ਕਿ ਇਹੀ ਮੇਰਾ ਮੈਡੀਟੇਸ਼ਨ ਹੈ। ਤੇ ਮੈਂ ਹੋਰ ਕੁਝ ਵੀ ਨਹੀਂ ਹੁਣ ਕਰਦੀ, ਜਿਵੇਂ ਅੱਗੇ ਤੱਕ ਕਿਟੀ ਕੁਟੀ ਸਭ ਕੁਝ ਮੈਂ ਛੱਡਤਾ। ਨਾਓ ਆਈ ਐਮ ਟੋਟਲੀ ਡੈਡੀਕੇਟਿਡ ਟੂਵਰਡਸ ਮਾਈ ਸਪੋਰਟਸ। ਯਾ ਮੈਮ ਇੱਕ ਗੱਲ ਪੁੱਛਣਾ ਚਾਹਾਂਗੇ ਕਿ ਫਾਦਰ ਸਾਹਿਬ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ ਤੁਹਾਨੂੰ ਮੋਟੀਵੇਟ ਕਰਨ ਦੇ ਵਿੱਚ। ਇੱਕ ਪਾਸੇ ਫਾਦਰ ਸਾਹਿਬ ਦੀ ਡੈਥ ਹੋ ਜਾਣੀ ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਤੁਹਾਡਾ ਬ੍ਰੇਨ ਟਿਊਮਰ ਡਿਟੈਕਟ ਹੋ ਜਾਣਾ, ਡਾਇਗਨੋਸ ਹੋ ਜਾਣਾ, ਉਸ ਸਮੇਂ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਕਿਵੇਂ? ਕਿਉਂਕਿ ਉਹ ਬਹੁਤ ਔਖਾ ਸਮਾਂ ਹੁੰਦਾ ਹੈ ਕਿ ਜਿਸ ਇਨਸਾਨ ਨੇ ਤੁਹਾਨੂੰ ਸ਼ੁਰੂ ਤੋਂ ਹੀ ਮੋਟੀਵੇਟ ਕੀਤਾ ਹੋਵੇ, ਜਿਸ ਇਨਸਾਨ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਹੋਏ, ਉਸ ਇਨਸਾਨ ਦਾ ਸਾਡੀ ਜ਼ਿੰਦਗੀ ਤੋਂ ਹਮੇਸ਼ਾ ਲਈ ਦੂਰ ਚਲੇ ਜਾਣਾ ਅਤੇ ਉਸ ਤੋਂ ਬਾਅਦ ਇੱਕ ਭਿਆਨਕ ਬਿਮਾਰੀ ਦਾ ਸਾਨੂੰ ਘੇਰ ਲੈਣਾ। ਉਸ ਸਮੇਂ ਆਪਣੇ ਆਪ ਨੂੰ ਕਿਵੇਂ ਤੁਸੀਂ ਸੰਭਾਲਿਆ? ਕਿੱਥੋਂ ਤੁਹਾਨੂੰ ਇੰਨੀ ਹਿੰਮਤ ਮਿਲੀ? ਮੈਂ ਇੱਕ ਤਾਂ ਉਹਨਾਂ ਦੇ ਬੜੀ ਕਲੋਜ਼ ਸੀਗੀ, ਜਿਵੇਂ ਲੜਕੀਆਂ ਹਮੇਸ਼ਾ ਹੁੰਦੇ ਆ ਕਲੋਜ਼ ਟੂ ਦੇਅਰ ਫਾਦਰ। ਦੂਸਰਾ 1 ਸਾਲ ਉਹ ਕਹਿ ਲਓ ਬਿਮਾਰ ਰਹੇ, ਫਿਰ ਆ ਮੇਰਾ ਸ਼ੁਰੂ ਹੋ ਗਿਆ। ਉਸ ਦਾ ਪਤਾ ਹੀ ਨਹੀਂ ਲੱਗਿਆ ਕਿ ਹੋ ਕੀ ਰਿਹਾ, ਬਿਕੋਜ਼ ਮੈਨੂੰ ਤਾਂ ਦਿਸਦਾ ਵੀ ਨਹੀਂ ਹੁੰਦਾ ਸੀ ਪ੍ਰੋਪਰਲੀ। ਜਦੋਂ ਮੇਰੇ ਹਸਬੈਂਡ ਮੈਨੂੰ ਲੈ ਕੇ ਜਾਂਦੇ, ਹੁਣ ਹਰ ਵਕਤ ਤਾਂ ਬੰਦਾ ਘਰ ਨਹੀਂ ਬੈਠ ਸਕਦਾ, ਅਮਰੀਕਾ ਕਹਿੰਦੇ ਚਲੋ ਆਪਾਂ ਘੁੰਮ ਕੇ ਆਉਂਦੇ ਹਾਂ, ਸ਼ਾਪਿੰਗ ਕਰਕੇ ਆਉਂਦੇ ਹਾਂ, ਅਤੇ ਮੈਨੂੰ ਦਿਸਦਾ ਵੀ ਨਾ ਪ੍ਰੋਪਰਲੀ। ਮੈਂ ਕਹਿਣਾ ਕਿ ਆਹ ਕਾਹਦੀ ਸ਼ਾਪਿੰਗ ਜਾਂ ਕੀ ਆ, ਵੀ ਮੈਨੂੰ ਤਾਂ ਪ੍ਰੋਪਰਲੀ ਆਈ ਕਾਂਟ ਸੀ। ਬਟ ਥੋੜ੍ਹੀ ਦੇਰ ਬਾਅਦ ਕਹਿ ਲਓ ਕਿ ਮੈਨੂੰ ਦਿਖਣਾ ਸ਼ੁਰੂ ਹੋ ਗਿਆ ਪ੍ਰੋਪਰਲੀ, ਸਾਰਾ ਕੁਝ ਠੀਕ ਹੋ ਗਿਆ। ਅਤੇ ਉਹ ਤਾਂ ਔਖਾ ਹੀ ਟਾਈਮ ਹੀ ਸੀਗਾ। ਮੈਂ ਕਹਿੰਦੇ ਜਦੋਂ ਦੀ ਮੈਂ ਸਪੋਰਟਸ 'ਚ ਆਈ ਹਾਂ, ਉਸ ਨੇ ਮੈਨੂੰ ਸਾਰਾ ਮੇਰਾ ਮੂਡ ਕਹਿ ਲਓ ਜਾਂ ਸਭ ਕੁਝ ਚੇਂਜ ਕੀਤਾ। ਬਾਕੀ ਕਹਿੰਦੇ ਟਾਈਮ ਇਜ਼ ਗ੍ਰੇਟ ਹੀਲਰ। ਅਤੇ ਜੇ ਮੈਂ ਹੁਣ ਅਚੀਵ ਕਰਦੀ ਹਾਂ, ਕੁਛ ਵੀ ਕਰਦੀ ਹਾਂ, ਤਾਂ ਮੈਂ ਕਹਿੰਦੀ ਹਾਂ ਕਿ ਫਾਦਰ ਜਾਂ ਕਹਿ ਲਓ ਪੇਰੈਂਟਸ ਦੇ ਜੋ ਵੀ ਸੀਗਾ ਹੈ ਨਾ, ਅਤੇ ਇਸ ਕਰਕੇ ਫਿਰ ਉਹ ਸੈਡ ਘੱਟ ਹੋਈਦਾ। ਹੁਣ ਆਉਂਦਾ ਵੀ ਥੈਂਕਸ ਟੂ ਦੈਮ ਕਿ ਜਿਨ੍ਹਾਂ ਨੇ ਮੈਨੂੰ ਇਨਕਰੇਜ ਕੀਤਾ, ਇੰਨਾ ਪੜ੍ਹਾਇਆ। ਕਿਉਂਕਿ ਪੜ੍ਹਾਈ ਤਾਂ ਬਠਿੰਡੇ ਵੀ ਸਭ ਕੁਝ ਸੀਗਾ, MS ਵਗੈਰਾ ਹੈ ਨਾ, ਸਭ ਕੁਝ ਇੰਨੀ ਸਗੋਂ ਸ਼ਾਇਦ ਵੱਧ ਹੀ ਨੰਬਰ ਲੈ ਲੈਂਦੇ, ਬਟ ਉਹਨਾਂ ਨੇ ਬੈਸਟ ਐਜੂਕੇਸ਼ਨ, ਬੈਸਟ ਓਪਰਚੁਨਿਟੀਜ਼ ਦੇਣ ਦੀ ਕੋਸ਼ਿਸ਼ ਕੀਤੀ। ਅਤੇ ਪਰ ਇਹ ਮੈਨੂੰ ਲੱਗਦਾ ਕਿ ਇੱਕ ਮੇਰੀ ਕਈ ਵਾਰ ਸੋਚਦੀ ਹਾਂ ਕਿ ਮੈਂ ਸਪੋਰਟਸ ਨੂੰ ਐਵੇਂ ਹੀ ਸਮਝਿਆ ਐਜ਼ ਏ ਹੌਬੀ। ਹੁਣ ਮੇਰੇ ਇੰਨੇ ਕੰਮ ਆ ਰਹੀ ਹੈ, ਹੁਣ ਤਾਂ ਮੈਨੂੰ ਐਂ ਲੱਗਦਾ ਕਿ ਮੈਂ ਇਹਨੂੰ ਛੱਡਣਾ ਹੀ ਨਹੀਂ ਕਦੇ। ਹੁਣ ਤਾਂ ਮੈਨੂੰ ਦੇਖ ਕੇ ਖੈਰ ਯੂ ਵਿਲ ਬੀ ਸਰਪ੍ਰਾਈਜ਼ ਕਿ ਇੰਨੇ ਲੇਡੀਜ਼ ਜੁੜ ਗਈਆਂ ਇਹਦੇ ਨਾਲ, ਅਤੇ ਉਹਨਾਂ ਨੇ ਮੇਰਾ ਜਿਵੇਂ ਦੇਖਦੀ ਆ ਮੇਰੇ ਅਚੀਵਮੈਂਟਸ ਅਤੇ ਮੇਰੇ ਨਾਲ ਜੁੜਨਾ ਸ਼ੁਰੂ ਹੋ ਗਿਆ। ਐਂਡ ਆਈ ਫੀਲ ਸੋ ਹੈਪੀ। ਈਵਨ ਮੇਰੇ ਕਜ਼ਨਸ ਚਾਹੇ ਕੋਈ ਅਮਰੀਕਾ ਰਹਿੰਦੇ ਆ, ਕੈਨੇਡਾ ਰਹਿੰਦੇ ਆ, ਉਹ ਕਹਿੰਦੇ ਹੁਣ ਅਸੀਂ ਵੀ ਇੱਧਰ ਹੀ ਆ ਜਾਣਾ। ਕੱਲ੍ਹ ਵੀ ਮੈਨੂੰ ਮੇਰੇ ਸਗੋਂ ਮਾਮੀ ਜੀ ਕਹਿੰਦੇ ਉਪਿੰਦਰ ਮੈਂ ਤਾਂ ਆਪ ਇੱਧਰ ਆਉਣਾ ਹੁਣ। ਸੋ ਮੈਨੂੰ ਚੰਗਾ ਲੱਗਦਾ ਕਿ ਐਟਲੀਸਟ ਦੇਰ ਆਏ ਦਰੁਸਤ ਆਏ, ਹੈ ਨਾ, ਵੀ ਚਲੋ। ਪਰ ਉਹ ਮੈਨੂੰ ਬਹੁਤ ਫੀਲ ਹੁੰਦਾ ਕਿ ਜਿਹੜੇ ਚੰਗੇ ਭਲੇ ਹੈ ਉਹ ਬੈਠੇ ਆ, ਕੁਛ ਵੀ ਨਹੀਂ ਕਰਦੇ, ਵਾਕ ਵੀ ਨਹੀਂ ਕਰਦੇ, ਜਸਟ ਦੇ ਕੀਪ ਔਨ ਕ੍ਰਿਬਿੰਗ, ਆਹ ਦੁਖਦਾ, ਐਂ ਹੁੰਦਾ। ਮੈਂ ਉੱਥੇ ਸਟੇਡੀਅਮ 'ਚ ਦੇਖਦੀ ਹਾਂ ਬੱਚੇ ਪੈਰਾ ਐਥਲੀਟ ਜਿਨ੍ਹਾਂ ਤੋਂ ਪ੍ਰੋਪਰਲੀ ਤੁਰਿਆ ਨਹੀਂ ਜਾਂਦਾ। ਉਹ ਚੀਜ਼ਾਂ ਤਾਂ ਮੈਨੂੰ ਸਗੋਂ ਇਨਕਰੇਜਮੈਂਟ ਦਿੰਦੀਆਂ ਕਿ ਆਹ ਬੱਚੇ ਜਿਹੜੇ ਵਿਚਾਰੇ ਪ੍ਰੋਪਰਲੀ ਤੁਰ ਨਹੀਂ ਸਕਦੇ, ਇਹ ਗੋਲਡ ਮੈਡਲ ਲੈ ਰਹੇ ਆ। ਮੈਂ ਤਾਂ ਐਕਚੁਅਲੀ ਪੜ੍ਹਦੀ ਹੋਈ ਸਟੋਰੀਜ਼ ਉਹ ਹੈ ਜਿਹੜੀਆਂ ਮੋਟੀਵੇਸ਼ਨਲ, ਜਾਣੀਆਂ ਟਾਕ ਹੈ, ਉਹਨਾਂ ਚੀਜ਼ਾਂ ਤੋਂ ਬਹੁਤ ਐਨਰਜੀ ਮਿਲਦੀ ਹੈ। ਬਿਕੋਜ਼ ਇਹ ਜਿਹੜੇ ਪਲੇਅਰ ਹੈ ਨਾ, ਜਿਹੜੇ ਪੈਰਾ, ਇਹੀ ਆਪਾਂ ਨੂੰ ਐਨਰਜੀ ਦਿੰਦੇ ਆ, ਆਪਾਂ ਨੂੰ ਮਤਲਬ ਇੱਕ ਕਹਿੰਦੇ ਆ ਕਿ ਤੁਸੀਂ ਤਾਂ ਚੰਗੇ ਭਲੇ ਹੋ, ਵਾਈ ਕਾਂਟ ਯੂ ਹੈ ਨਾ ਡੂ ਸਮਥਿੰਗ। ਅਤੇ ਲਾਈਫ ਤਾਂ ਬਹੁਤ ਇੰਟਰਸਟਿੰਗ ਹੈ ਜੇ ਇਹਨੂੰ ਸਮਝਿਆ ਜਾਵੇ। ਅਤੇ ਜੇ ਤੁਸੀਂ ਨਾ ਸੋਚਣਾ ਨਾ ਸਮਝਣਾ, ਐਵੇਂ TV ਤਾਂ ਜਾਂ ਫੋਨ ਨਾਲ ਯੂ ਕੀਪ ਯੋਰਸੈਲਫ ਟੈਗਡ, ਫਿਰ ਤਾਂ ਨਹੀਂ। ਬਟ ਜੇ ਤੁਸੀਂ ਇਹਦਾ ਚੰਗੀ ਤਰ੍ਹਾਂ ਆਨੰਦ ਮਾਣੋ ਤਾਂ ਬਹੁਤ ਇੰਟਰਸਟਿੰਗ ਹੈ, ਤੁਸੀਂ ਬਹੁਤ ਕੁਛ ਕਰ ਸਕਦੇ ਹੋ ਜੀ। ਵਾਕਈ ਬਹੁਤ ਖੂਬਸੂਰਤ ਗੱਲ ਕਹੀ ਤੁਸੀਂ। ਮੈਡਮ ਹੁਣ ਕੀ ਖੁਆਇਸ਼ ਹੈ ਤੁਹਾਡੀ? ਤੁਸੀਂ ਸਪੋਰਟਸ ਨੂੰ ਤਾਂ ਅਪਣਾ ਲਿਆ ਅਤੇ ਸਪੋਰਟਸ ਨੇ ਤੁਹਾਡੀ ਜ਼ਿੰਦਗੀ, ਤੁਹਾਡੀ ਸ਼ਖਸੀਅਤ, ਤੁਹਾਡੀ ਸੋਚ ਸਭ ਕੁਛ ਬਦਲਿਆ ਹੈ। ਹੋਰ ਕੀ ਚਾਹੁੰਦੇ ਹੋ? ਦਿਲ ਦੇ ਵਿੱਚ ਹੈ ਕੋਈ ਸੁਪਨਾ, ਤਮੰਨਾ ਕਿ ਉਪਿੰਦਰ ਕੌਰ ਸੇਖੋਂ ਹਜੇ ਇਹ ਅਚੀਵ ਕਰੇਗੀ? ਹੁਣ ਮੈਂ ਓਲੰਪਿਕਸ ਜਾਣਾ ਹੈ। ਵਾਹ, ਕੀ ਬਾਤ ਹੈ! ਓਲੰਪਿਕਸ ਜਾਣਾ ਹੈ। ਪਹਿਲਾਂ ਤਾਂ ਚਲੋ ਨਹੀਂ ਗਏ, ਅਤੇ ਹੁਣ ਮੈਂ ਓਲੰਪਿਕਸ ਜਾਣਾ ਹੈ, ਮੇਰੀ ਏਮ ਹੈ। ਅਤੇ ਆਪਣਾ ਜਿਹੜੀਆਂ ਥਰੋਜ਼ ਹੈ
ਉਹਨਾਂ ਵਿੱਚ ਮੈਂ ਦੇਖ ਰਹੀ ਹਾਂ ਕਿ ਦੇयर इज़ ਇੰਪਰੂਵਮੈਂਟ, ਵਧਾ ਰਹੀ ਹਾਂ ਡਿਸਟੈਂਸ। ਤੇ ਮੈਂ ਰੀਸੈਂਟਲੀ ਜਿਹੜਾ ਕੰਪੀਟੀਸ਼ਨ ਹੋਇਆ ਉਹ 'ਚ ਦੇਖਿਆ ਕਿ ਮੈਂ ਜਿਵੇਂ ਆਈ ਐਮ 60+ ਉਹਦੇ ਵਿੱਚ ਹੈ, ਤੇ ਜਿਹੜੇ ਮੈਥੋਂ 45 ਵੀ ਵਾਲੇ ਉਹ ਵੀ ਮੇਰੇ ਜਿੰਨਾ ਸ਼ਾਰਟਪਟ ਜਾਂ ਡਿਸਕਸ ਸਿੱਟ ਨਹੀਂ ਸਕੇ। ਮੈਂ ਆਪਣਾ ਤਾਂ ਚਲੋ ਦੇਖਦੀ ਹਾਂ, ਪਿਛਲਾ ਵੀ ਦੇਖਦੀ ਹਾਂ ਕਿ ਜਿਹੜੇ ਮੇਰੇ ਯੰਗ ਹੈ ਜਿਹੜੇ ਮੇਰੇ ਤੋਂ ਪਿੱਛੇ ਹੈ ਕਿ ਉਹ ਮੇਰੇ ਜਿੰਨਾ ਸਿੱਟ ਸਕਦੇ ਆ। ਸਗੋਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਉਹਨਾਂ ਨਾਲ ਵੀ ਜੇ ਕੰਪੀਟੀਸ਼ਨ ਕਰਾ ਦਿਓ ਤਾਂ ਮੈਨੂੰ ਲੱਗਦਾ ਵੀ ਮੈਂ ਉਹਨਾਂ ਤੋਂ ਵੀ ਅੱਗੇ ਹੀ ਸਿੱਟ ਲੂੰਗੀ। ਇਹ ਸਾਰੇ ਹੌਸਲੇ ਦੀ ਗੱਲ ਹੈ ਜੀ। ਹੁਣ ਮੈਂ ਦੇਖਦੀ ਹਾਂ ਕਿ ਜਿਹੜੇ ਨਾਲ ਜੇ ਮੈਨੂੰ ਹੁਣ ਨਾਲ ਕੋਈ ਜੁੜੀਆਂ ਲੜਕੀਆਂ ਜਾਂ ਹੋਰ, ਮੈਂ ਦੇਖਦੀ ਹਾਂ ਉਹਨਾਂ 'ਚ ਜੇ ਇੰਨਾ ਉਹ ਕਹਿ ਲਓ ਜਜ਼ਬਾ ਜਾਂ ਦੇ ਆਰ ਨਾਟ ਦੈਟ ਸੀਰੀਅਸ। ਜੇ ਸੀਰੀਅਸਲੀ ਆਪਣਾ ਕਰੋ ਤਾਂ ਤੁਸੀਂ ਕੀ ਨਹੀਂ ਕਰ ਸਕਦੇ। ਹੁਣ ਮੈਂ ਆਪਦਾ ਵਧਾਇਆ ਹੀ ਹੈ, ਮੈਨੂੰ ਕਿਹੜਾ ਕੋਈ ਟ੍ਰੇਨ ਕਰ ਰਿਹਾ। ਜਦੋਂ ਯੰਗ ਹੁੰਦੇ ਹੋ ਤਾਂ ਸਾਰੇ ਤੁਹਾਨੂੰ ਕੋਚਸ ਵਗੈਰਾ ਤੁਹਾਨੂੰ ਦੇ ਗਾਈਡ ਯੂ। ਹੁਣ ਤਾਂ ਸਾਨੂੰ ਕੋਈ ਵੀ ਨਹੀਂ ਕਰਦਾ, ਨੋਬਡੀ ਗਾਈਡ ਅਸ। ਹੁਣ ਆਪਣੇ ਹਿਸਾਬ ਨਾਲ ਹੀ ਆਪਦਾ ਕਰੀ ਜਾਂਦੇ। ਹੁਣ ਬਚਪਨ ਦਾ ਕਿੰਨਾ ਕੁ ਯਾਦ ਹੈ, ਲਾਈਕ 86 ਦੀ ਲਾਅ ਕੀਤੀ ਹੈ, ਕਿੰਨਾ ਕੁ ਟੈਕਨੀਕਸ ਯਾਦ ਰਹਿ ਗਈਆਂ, ਪਰ ਚਲਾਈ ਜਾਂਦੇ ਆ ਕੰਮ ਜੀ। ਬਹੁਤ ਵਧੀਆ। ਤੇ ਸਾਡੀਆਂ ਸ਼ੁਭ ਕਾਮਨਾਵਾਂ ਨੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਓਲੰਪਿਕਸ ਵਿੱਚ ਮੈਡਲ ਲੈ ਕੇ ਆਓ ਤੇ ਅਸੀਂ ਤੁਹਾਡੀ ਫਿਰ ਇੰਟਰਵਿਊ ਕਰੀਏ। ਸੋ ਬੈਸਟ ਵਿਸ਼ੇਸ ਆ ਸਾਡੇ ਵੱਲੋਂ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਵਾਕਈ ਦੋਸਤੋ ਕਿ ਜ਼ਿੰਦਗੀ ਨੂੰ ਜੇ ਸਮਝਣਾ ਹੈ, ਇਸ ਤਰ੍ਹਾਂ ਦੇ ਲੋਕਾਂ ਦੇ ਕੋਲ ਬੈਠਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਸੰਘਰਸ਼ ਦੇਖਿਆ, ਜੋ ਉਤਾਰ ਚੜ੍ਹਾਅ ਦੇਖੇ, ਤੇ ਸਭ ਤੋਂ ਵੱਡੀ ਗੱਲ ਆ ਕਿ ਹਿੰਮਤ ਨਹੀਂ ਹਾਰਨੀ, ਹੌਸਲੇ ਦੇ ਨਾਲ ਅੱਗੇ ਵਧਦੇ ਰਹਿਣਾ। ਤੇ ਜਦੋਂ ਲੱਗੇ ਕਿ ਹਾਂ ਜ਼ਿੰਦਗੀ ਹੁਣ ਕਿਤੇ ਨਾ ਕਿਤੇ ਰੁਕ ਗਈ ਹੈ ਜਾਂ ਜ਼ਿੰਦਗੀ ਵਿੱਚ ਕੁਝ ਨਹੀਂ ਰਿਹਾ, ਫਿਰ ਵੀ ਇੱਕ ਨਵੀਂ ਤਲਾਸ਼ ਕਰਨੀ, ਆਪਣੀ ਜ਼ਿੰਦਗੀ ਨੂੰ ਨਵੇਂ ਰਾਹ 'ਤੇ ਪਾਉਣਾ, ਇਹ ਬਹੁਤ ਹੌਸਲੇ ਦੀ ਗੱਲ ਹੁੰਦੀ ਹੈ। ਮੈਡਮ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜ਼ਿੰਦਗੀ ਜੀਓ, ਖੂਬ ਜੀਓ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਦੇਸ਼ ਜ਼ਰੂਰ ਨਿਰਧਾਰਨ ਕਰੋ। ਜਿਵੇਂ ਕਿ ਮੈਮ ਨੇ ਕਿਹਾ ਹੈ, ਜ਼ਿੰਦਗੀ ਨੂੰ ਅਜਾਈਂ ਨਾ ਗਵਾਓ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਮਿਲਾਂਗੇ। ਧੰਨਵਾਦ।